हमारे सज्जन एक करो बेनतियां, इस मोहन लाल प्यारे आओ फिरो को जनतियां। तिस दस प्यारे सिर धरी उतारे, एक भोरी दर्शन दीजै। नैन हमारे प्रिय रंग रंगारे, एक तिल भी ना तरीजै। प्रभ स्यों मन लीना ज्यों जल पीना, चादरक जिवे ते संतियां। जन नानक गुर पूरा पाया, जन नानक गुर पूरा पाया। सगली तिखा भुजंतियां, सुन जार हमारे सज्जन एक करो बेनतियां। सुन जार हमारे सज्जन एक करो बेनतियां। स्वामी मेरे राम, कोट अपराध परे पी तेरे चेरे राम। दुख हरन कृपा करन मोहन, कल कलिसय पंजना। शरण तेरी रख ले हो मेरी, सर्ब मैं निरंजना। संग सबके प्रभ नेरहूं ते नेरे। अरदास नानक सुन स्वामी, अरदास नानक सुन स्वामी। रख ले हो घर के चेरे, सुन जार हमारे सज्जन करो बेनतियां। सुन जार हमारे सज्जन करो बेनतियां।
ਲਾਹੇ ਪ੍ਰਾਪਤ ਕਰ ਰਹੇ ਸਰਬਤ ਸਾਧ ਸੰਗਤ ਜੀਓ, ਇਸ ਵੇਲੇ ਆਪਣੇ ਕੋਲ ਨਾਨਕ ਸਰ ਦੀ ਸੰਪਰਦਾ ਜੋ ਉੱਥੋਂ ਦੇ ਮੌਜੂਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਘਾਲਾ ਸਿੰਘ ਜੀ ਆਪਣੇ ਜੱਥੇ ਸਮੇਤ ਅੱਜ ਤੀਸਰੇ ਦਿਨ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਏ ਹਨ। ਆਓ ਹੁਣ ਬਾਕੀ ਦਾ ਸਮਾਂ ਮਹਾਂਪੁਰਖਾਂ ਦੇ ਕੋਲੋਂ ਉਹਨਾਂ ਦੇ ਬਚਨਾਂ ਦੁਆਰਾ ਲਾਹੇ ਪ੍ਰਾਪਤ ਕਰੀਏ। ਮਹਾਂਪੁਰਖ ਆਪਣੇ ਬਚਨਾਂ ਦੁਆਰਾ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜਨਗੇ।
ਇੱਕ ਵਾਰ ਆਪਣੀ ਹਾਜ਼ਰੀ ਲਵਾਈਏ ਗੁਰੂ ਕੇ ਚਰਨਾਂ ਵਿੱਚ। ਔਰ ਇਕਾਗਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ। ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤੋ ਇਹ ਬਤਾਵੋ ਕਾਰੀ ਜਿਤ ਹੋਮਾ ਗਰਭ ਨਿਵਾਰੀ। ਮੇਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੇ ਨਾਏ ਨਿਵਾਸ। ਜਾ ਕੇ ਘਰ ਸਭ ਕੁਛ ਹੈ ਭਾਈ ਨੌਨਿਤ ਭਰੇ ਭੰਡਾਰਾ। ਦਿਨ ਰਾਤੀ ਰਾਤੋ ਪਿਆਰੋ ਨਿਮਖ ਨ ਕੀਜੇ ਢੀਲਾ। ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਕੀਆ। ਹਮ ਕਾ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ। ਭਾਗ ਅਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸੀਏ ਆਏ ਸਬਰ ਤਿਨਾ ਕੇ ਕਾਮ। ਜਨਮ ਮਰਨ ਤੂੰ ਮੈਂ ਨਾਹੀ ਜਨ ਪਰ ਪਕਾਰੀ ਆਏ। ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ ਮਨਾ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਹਨ। ਉਹ ਆਪਣੇ ਪਿਆਰਿਆਂ ਨੂੰ ਮਹਾਂਪੁਰਸ਼ਾਂ ਨੂੰ ਇਸ ਦੁਨੀਆ ਤੇ ਭੇਜਦੇ ਆ। ਮੇਰੇ ਰੱਬ ਦੇ ਪਿਆਰਿਓ, ਜਾ ਕੇ ਕੋਈ ਇਹੋ ਜਿਹੀ ਕਾਰੀ ਬਤਾਓ ਜਿਹੜੀਆਂ ਟੁੱਟੀਆਂ ਹੋਈਆਂ ਰੂਹਾਂ ਉਹ ਗੁਰੂ ਚਰਨਾਂ ਨਾਲ ਜੁੜ ਜਾਣ। ਉਹਨਾਂ ਦਾ ਮਨ ਗੁਰੂ ਚਰਨਾਂ ਨਾਲ ਜੁੜ ਜਾਵੇ। ਐਸੀ ਕੋਈ ਕਿਰਪਾ ਕਰੋ। ਸੰਤੋ ਇਹ ਬਤਾਵੋ ਕਾਰੀ ਜਿਤ ਹਉਮਾ ਗਰਭ ਨਿਵਾਰੀ। ਇਹ ਜਿਹੜੀ ਜੀਵ ਨੂੰ ਹਉਮਾ ਲੱਗੀ ਹੈ ਇਹ ਕਿਵੇਂ ਨਿਵਾਰੀ ਜਾਵੇ। ਜੇ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਆ ਉੱਥੇ ਬੈਠ ਕੇ ਸਾਡਾ ਧਿਆਨ ਕਿੱਧਰ ਹੋਣਾ ਚਾਹੀਦਾ ਹੈ? ਗੁਰਬਾਣੀ ਵੱਲ, ਗੁਰੂ ਕੇ ਕੀਰਤਨ ਵੱਲ। ਜਿਵੇਂ ਬਾਬਾ ਜੀ ਨੇ ਬਾਣੀ ਅੰਦਰ ਵੀ ਕਿਰਪਾ ਕੀਤੀ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਜਿੰਨੇ ਪੀਰ ਪੈਗੰਬਰ ਰਿਖੀ ਮੁਨੀ ਅੱਗੇ ਪਿੱਛੇ ਆਏ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਆਪਣੇ ਆਪਣੇ ਸਾਜ਼ ਵਜਾਏ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨਾਲ ਮਰਦਾਨਾ ਆਇਆ। ਆ ਜੋੜੀ ਵਾਜੇ ਇਹ ਗੁਰੂਆਂ ਨੇ ਸਾਡੇ ਤੇ ਇੱਕ ਮਹਾਨ ਕਿਰਪਾ ਕਰਤੀ। ਗੁਰੂ ਕਲਗੀਧਰ ਪਾਤਸ਼ਾਹ ਵੀ ਉਧਰ ਜੰਗ ਯੁੱਧ ਦਾ ਸਮਾਂ, ਉਧਰ ਬਾਬਾ ਜੀਤ ਸਿੰਘ ਜੀ ਜੰਗ ਕਰ ਰਹੇ ਸੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਉਸ ਟਾਈਮ ਤੇ ਵੀ ਆਸਾ ਦੀ ਵਾਰ ਲਾਈ। ਇਸ ਲਈ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਧਾਨਗੀ ਦਿੱਤੀ। ਕਲਯੁਗ ਨੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਜਿਵੇਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ, ਇਹ ਨਾਨਕ ਸਾਰੇ ਇਸ ਤਰੀਕੇ ਨਾਲ ਮੋਹਲੇ ਧਾਰਮੀ ਹੁੰਦਾ। ਦੋ ਬਾਜੇ ਹੁੰਦੇ ਆ, ਦੋ ਜੋੜੀਆਂ ਹੁੰਦੀਆਂ, ਟੱਲੀਆਂ ਵਾਲੇ ਹੁੰਦੇ ਆ, ਰਵਾਬ ਵਾਲੇ ਹੁੰਦੇ ਆ, ਤੇ ਫਿਰ ਇਸ ਤਰ੍ਹਾਂ ਕੀਰਤਨ ਹੁੰਦਾ। ਜਸ ਕੀਦਾ ਗੁਰੂ ਨਾਨਕ ਦਾ। ਸੰਤੋ ਇਹ ਬਤਾਵੋ ਕਾਰੀ ਜਿਤ ਹਉਮਾ ਗਰਭ ਨਿਵਾਰੀ। ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੇ ਨਾਏ ਨਿਵਾਸ। ਸੰਤਾਂ ਦੀ ਸਭਾ ਕਿਹਨੂੰ ਕਿਹਾ? ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਕਥਾ ਕੀਰਤਨ ਹੁੰਦਾ ਹੋਵੇ, ਸਤ ਸਤ ਦਾ ਨਿਰਣਾ ਹੋਵੇ। ਨਿਰ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੇ ਨਾਏ ਨਿਵਾਸ। ਇਸ ਸਰੀਰ ਨੂੰ ਅਸੀਂ ਗੁਰੂ ਘਰ ਵਿੱਚ ਬੈਠੇ ਆ, ਕਿਵੇਂ ਮਨ ਨੂੰ ਮਾਂਜਣਾ? ਆਵਰਤਣ ਵਾ ਇਹ ਤਾਂ ਅਸੀਂ ਮਿੱਟੀ ਨਾਲ ਮਾਂਜ ਲਾਂਗੇ। ਹੁਣ ਮਿੱਟੀ ਨਾਲ ਵੀ ਰਹਿ ਗਈਆਂ ਨਹੀਂ, ਸਰਪ ਨਾਲ ਸਾਫ਼ ਕਰਦੇ ਆ।
ਕਈ ਤਰ੍ਹਾਂ ਦੇ ਕੈਮੀਕਲ ਆਉਂਦੇ ਆ, ਉਹਨਾਂ ਨਾਲ ਸਾਫ਼ ਕਰ ਲੈਂਦੇ ਆ। ਬਰਤਨ ਵੀ ਬਹੁਤ ਹੁੰਦੇ ਆ। ਜਿਹੜਾ ਮਾਨਵ ਹੈ ਇਹਦੀ ਮਲ ਕਿਵੇਂ ਰਹੇਗੀ? ਗੁਰੂ ਘਰ ਵਿੱਚ ਆ ਕੇ ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵਾ ਕਰ। ਨਾਮ ਦੇ ਰੰਗ ਨਾਲ ਇਹ ਮਨ ਦੀ ਮਲ ਲੈ ਸਕਦੀ ਹੈ। ਭਰੀਐ ਮਤ ਪਾਪਾਂ ਕਾ ਸੰਗ। ਇਸ ਲਈ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ, ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੇ ਨਾਏ ਨਿਵਾਸ, ਜਾ ਕੇ ਘਰ ਸਭ ਕੁਛ ਹੈ ਭਾਈ। ਨੌ ਨਿਤ ਭਰੇ ਭੰਡਾਰਾ। ਕਿਹਦੇ ਘਰ ਵਿੱਚ ਸਭ ਕੁਛ ਹੈ? ਗੁਰੂ ਨਾਨਕ ਦੇ ਦਰ ਤੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਥੋਂ ਸਾਰੀਆਂ ਦਾਤਾਂ ਮਿਲਦੀਆਂ। ਬੰਦੇ ਦੀ ਜਿਹੜੀ ਮਨ ਦੀ ਭਾਵਨਾ ਹੈ, ਵਿਸ਼ਵਾਸ ਹੈ, ਉਹ ਹੋਣਾ ਜ਼ਰੂਰੀ ਹੈ। ਜੇ ਵਿਸ਼ਵਾਸ ਨਹੀਂ, ਉਹੀ ਮਨ ਹਿੱਲਿਆ ਫਿਰਦਾ ਹੈ, ਮਨ ਕਮਜ਼ੋਰ ਹੋਇਆ, ਫਿਰ ਬਾਬਾ ਜੀ ਕਹਿੰਦੇ ਸੀ ਕਈ ਗੇਰੀ ਦਾਤ ਪ੍ਰਾਪਤ ਨਹੀਂ ਹੁੰਦੀ। ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਸਾਡਾ ਵਿਸ਼ਵਾਸ ਹੋਵੇ। ਬਾਬਾ ਜੀ ਬਾਣੀ ਅੰਦਰ ਵੀ ਕਿਰਪਾ ਕਰਦੇ ਆ, ਬਿਨ ਵਿਸ਼ਵਾਸ ਕਿਆ ਸਿੱਖਾ। ਉਹ ਸਿੱਖੀ ਕਾਹਦਾ ਹੈ? ਜਿਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ। ਜਾ ਕੇ ਘਰ ਸਭ ਕੁਛ ਹੈ ਭਾਈ, ਨੌ ਨਿਤ ਭਰੇ ਭੰਡਾਰਾ। ਜਿਹੜੇ ਮਾਲਿਕ ਕੋਲੇ ਸਾਰੀਆਂ ਦਾਤਾਂ ਹੋਣ, ਕੀ ਉਹਨੂੰ ਇੱਕ ਵੇਰੀ ਜਪੀਏ ਜਾਂ ਦੋ ਵੇਰੀ ਜਪੀਏ? ਇਹ ਬਾਬਾ ਜੀ ਦਾ ਬੜੀ ਵੱਡੀ ਕਿਰਪਾ ਕਰਦੇ ਆ। ਦਿਨ ਰਾਤੀ ਰਾਤੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਆਪਣੇ ਪਿਆਰੇ ਨੂੰ ਰਾਧਣ ਤੋਂ ਇੱਕ ਨਿਮਕ ਭਰ ਵੀ ਢਿੱਲ ਨਹੀਂ ਕਰਨੀ। ਹੋਰ ਕੰਮਾਂ ਨੂੰ ਤਾਂ ਢਿੱਲ ਹੋ ਜਾਵੇ, ਤੇ ਮਾਲਕ ਨੂੰ ਰਾਧਣ ਵਾਸਤੇ ਇੱਥੇ ਢਿੱਲ ਨਹੀਂ ਕਰਨੀ। ਅਸੀਂ ਕਈ ਵਾਰੀ ਇਉਂ ਕਹਿੰਦੇ ਨੇ ਜੀ, ਕਈ ਵਾਰੀ ਨਹੀਂ ਉੱਠਿਆ ਜਾਂਦਾ ਜੀ, ਕਈ ਵਾਰੀ ਜਪ ਲੈਂਦੇ, ਕਈ ਵਾਰੀ ਨਹੀਂ ਜਪਦੇ। ਨਾ ਬਈ, ਇਹ ਕੰਮ ਨਹੀਂ ਕਰਨਾ। ਰੋਟੀ ਵੱਲੋਂ ਸਭ ਭੁੱਖਾ ਰਹਿ ਜਾਵੇ, ਪਰ ਆਪਣੇ ਮਾਲਕ ਦਾ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਇੱਧਰੋਂ ਢਿੱਲ ਨਹੀਂ ਕਰਨੀ। ਆ ਦੁਨਿਆਵੀ ਜੇ ਪਿਆਰ ਹੁੰਦੇ ਆ ਲੋਕਾਂ ਦੇ, ਆਪਦੀ ਆ ਹੁਣ ਤਾਂ ਤੁਹਾਡੇ ਕੋਲ ਚੱਲ ਕੇ ਕੀ ਕਹਿੰਦੇ ਕੰਨਾਂ ਨੂੰ ਲਾਉਣ ਵਾਲੇ ਮੋਬਾਈਲ ਜੀ, ਇਹਨਾਂ ਦੇ ਵਿੱਚ ਵੀ ਫੋਟੋ ਪਾਈ ਫਿਰਦੇ ਆ, ਤੇ ਹਰ ਵਕਤ ਯਾਦ ਰੱਖਦੇ ਆ। ਤੇ ਜੇ ਕਿਤੇ ਰੱਬ ਨੂੰ ਇੰਨਾ ਯਾਦ ਕਰ ਲਈਏ ਤੇ ਫਿਰ ਪੌਂ-ਬਾਰਾਂ ਹੀ ਪੌਂ-ਬਾਰਾਂ। ਇਸੇ ਲਈ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਦਿਨ ਰਾਤੀ ਰਾਤੋ ਪਿਆਰੋ, ਨਿਮਕ ਨਾ ਕੀਜੇ ਢੀਲਾ। ਸੰਤ ਸੇਵਾ ਕਰ ਭਾਵ ਨਹੀਂ ਲਾਈਏ, ਤਿਆਗ ਮਾਨ ਅਟੀਲਾ। ਸੰਤਾਂ ਦੀ ਸੇਵਾ ਚੋਂ ਕੀ ਮਿਲਦਾ ਹੈ? ਉਹਨਾਂ ਨੇ ਤੁਹਾਨੂੰ ਪ੍ਰੇਰਨਾ ਕਰਨੀ ਹੈ, ਬਈ ਭਾਈ ਅੰਮ੍ਰਿਤ ਵੇਲੇ ਉੱਠੋ, ਨਿਤਨੇਮ ਕਰੋ, ਬਾਣੀ ਪੜ੍ਹੋ, ਸੇਵਾ ਕਰੋ, ਆਹ ਡਿਊਟੀਆਂ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇਹ ਉਹਨਾਂ ਦੀ ਡਿਊਟੀ ਹੈ। ਬਾਬਾ ਜੀ ਕਿਰਪਾ ਕਰਦੇ ਸੀ। ਭਾਈ ਨੰਦ ਲਾਲ ਜੀ ਕਹਿੰਦੇ ਆ, ਸੰਤਨ ਮੋਹ ਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਧਰਮ ਰਾਇਆ ਕਹਾਂ ਕਰੇਗੋ, ਜੋ ਵਾਟਿਓ ਸਗਲੋ ਲੇਖਾ। ਨਾਮ ਬੇੜੀ ਸੰਤ ਮਲਾ, ਪਾਰ ਕਰਦੇ ਖਾਮ। ਉਹ ਤਾਂ ਚੱਪੂ ਲਾਉਣ ਵਾਲੇ ਆ, ਉਹਨਾਂ ਦੀ ਤਾਂ ਡਿਊਟੀ ਹੈ। ਤੇ ਜੋੜਨਾ ਕਿਹਦੇ ਨਾਲ ਹੈ? ਆਪਣੇ ਮਾਲਕ ਨਾਲ, ਗੁਰੂ ਗ੍ਰੰਥ ਸਾਹਿਬ। ਸੰਤ ਸੇਵਾ ਕਰ ਭਾਵਨੀ ਲਾਈ ਹੈ, ਕਿਆ ਮਾਨ ਅਟੀਲਾ। ਹਮ ਕਰ ਨਾਮ ਖਜ਼ਾਨਾ ਸਦਾ ਹੈ। ਕਿਹਦੇ ਘਰ ਵਿੱਚ ਖਜ਼ਾਨਾ ਹੈ? ਗੁਰੂ ਘਰ ਵਿੱਚ। ਬਾਬੇ ਦੇ ਘਰ ਵਿੱਚ ਕੋਈ ਘਾਟਾ ਨਹੀਂ। ਜਿੰਨੀਆਂ ਮਰਜ਼ੀ ਦਾਤਾਂ ਮੰਗ ਲਓ, ਓਨੀਆਂ ਹੀ ਮਿਲ ਜਾਂਦੀਆਂ। ਪਰ ਸਰਦਾ ਹੋਣੀ,
ਭਾਵਨਾ ਹੋਣੀ ਜ਼ਰੂਰੀ ਹੈ। ਜੇ ਭਾਵਨਾ ਨਹੀਂ ਬਣੀ, ਦਿਖਾਵੇ ਦੇ ਸਿੱਖਾਂ ਸਰਦਾ ਨਹੀਂ ਬਣੀ, ਫੇਰ ਨਹੀਂ ਦਾਤ ਮਿਲਦੀ। ਦਾਤ ਕਿਵੇਂ ਮਿਲੇਗੀ? ਜੇ ਸਾਡੀ ਸਰਦਾ ਹੋਊਗੀ, ਭਾਵਨਾ ਹੋਊਗੀ, ਫਿਰ ਮਾਲਕ ਸਾਡੀਆਂ ਝੋਲੀਆਂ ਭਰ ਦਿੰਦਾ। ਇੱਥੋਂ ਕੋਈ ਵੀ ਦਾਤ ਮੰਗ ਲਵੋ, ਏਡੇ ਵੱਡੇ ਦਾਤੇ ਆ, ਪਰ ਅਸੀਂ ਨਾਮ ਜਪਣਾ। ਬਾਣੀ ਹੈ ਗੁਰੂ ਸਾਹਿਬ ਦੀ। ਦੇਖ ਲਓ ਆਪਣੇ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਕਿਤੇ ਬਚਨ ਕਰਨ ਲੱਗੇ, ਬਈ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਸਾਨੂੰ ਕੋਈ ਸੁੱਧ ਪਾਠ ਸੁਣਾਵੇ ਤਾਂ ਅਸੀਂ ਉਹਨੂੰ ਖੁੱਲਾ ਨਾਮ ਦਿਆਂਗੇ। ਹੁਣ ਆਪਾਂ ਸੰਗ ਦੇ ਵਿੱਚ ਪਤਾ ਹੁੰਦਾ ਨਹੀਂ ਕਿਹੜਾ ਬੰਦਾ ਵਧੀਆ ਪਾਠ ਕਰਦਾ, ਗੁਰੂ ਪਿਆਰੇ ਕੋਈ ਪਾਠੀ ਸਿੰਘ, ਗ੍ਰੰਥੀ ਸਿੰਘ, ਵੀ ਕਿਹੜਾ ਸੋਹਣਾ ਪਾਠ ਸਾਫ ਸੁਥਰਾ ਕਰਦੇ ਆ। ਤੇ ਕਹਿੰਦੇ ਜੀ ਬਾਬਾ ਜੀ ਭਾਈ ਕਪਾਲਾ ਬਹੁਤ ਸੋਹਣਾ ਪਾਠ ਕਰਦਾ। ਕਹਿੰਦੇ ਵੀ ਫਿਰ ਉਹਨਾਂ ਨੂੰ ਸੱਦੋ। ਸੱਦ ਲਿਆ, ਆਸਣ ਲਵਾ ਦਿੱਤਾ। ਪਲਕ ਉੱਤੇ ਗੁਰੂ ਸਾਹਿਬ ਨੇ ਉਹਨੂੰ ਵੀ ਪਲਕ ਤੇ ਬਹਾਇਆ ਕਿ ਉਹ ਬਾਣੀ ਜਾਂ ਗੁਰੂ ਸਾਹਿਬ ਦੀ ਸੁਣਾਉਣੀ ਸੀ, ਗੁਰੂ ਨਾਨਕ ਦੀ ਬਾਣੀ, ਤੇ ਆਪ ਵੀ ਗੁਰੂ ਸਾਹਿਬ ਪਲਕ ਤੇ ਬੈਠ ਗਏ। ਉਸ ਗੁਰਮੁਖ ਪਿਆਰੇ ਨੇ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ। ਉਧਰ ਪਾਠ ਪੜ੍ਹੀ ਜਾ ਰਿਹਾ ਤੇ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਇੰਨਾ ਆਨੰਦ ਆਉਣ ਲੱਗਿਆ ਕਿ ਜਦੋਂ ਭਾਈ ਸਿੱਖ ਪਾਠੀ ਭਾਈ ਕਪਾਲਾ ਪਾਠ ਕਰੀ ਜਾਵੇ ਜਪਜੀ ਸਾਹਿਬ ਦਾ, ਤੇ ਗੁਰੂ ਸਾਹਿਬ ਨੇ ਥੱਲੇ ਚਾਨਣ ਲਮਕਾ ਲਏ ਉਤਰਨ ਵਾਸਤੇ। ਤੇ ਜਦੋਂ ਚਾਨਣ ਲਮਕਾ ਲਏ, ਉਹਦੇ ਮਨ ਵਿੱਚ ਇੱਕ ਫੁਰਨਾ ਬਣਿਆ ਵੀ ਗੁਰੂ ਸਾਹਿਬ ਬਹੁਤ ਖੁਸ਼ ਹੈ, ਕਿਤੇ ਐਸੀ ਕਿਰਪਾ ਕਰ ਦੇਣ ਜਿਹੜਾ ਸੁਨਹਿਰੀ ਕਾਠੀ ਵਾਲਾ ਘੋੜਾ ਹੋਇਆ ਚਿੱਟਾ, ਮੈਨੂੰ ਉਹ ਬਖਸ਼ਿਸ਼ ਕਰ ਦੇਣ ਨਾ, ਫੇਰ ਠੀਕ ਹੈ। ਦੇਖੋ ਪਾਠ ਕਰਦੇ ਦਾ ਹੀ ਫੁਰਨਾ ਬਣ ਗਿਆ। ਗੁਰੂ ਸਾਹਿਬ ਨੇ ਚਰਨ ਉੱਪਰ ਕਰ ਲਈ। ਜਦੋਂ ਚਰਨ ਉੱਪਰ ਕਰ ਲਈ ਤਾਂ ਜਦੋਂ ਪਾਵਨ ਗੁਰੂ ਪਾਣੀ ਪਿਤਾ ਬੋਲਣ ਲੱਗਿਆ, ਉਹਦਾ ਫੁਰਨਾ ਬਣ ਗਿਆ ਸੀ। ਜਦੋਂ ਪਾਠ ਸੰਪੂਰਨ ਹੋ ਗਿਆ, ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖਾ ਸਾਵਾਸੇ ਤੂੰ ਬਹੁਤ ਸੋਹਣਾ, ਬਹੁਤ ਹੀ ਰਸੀਲੀ ਆਵਾਜ਼ ਨਾਲ ਗੁਰੂ ਨਾਨਕ ਦੀ ਦਰਗਾਹੀ ਬਾਣੀ ਸੁਣਾਈ ਹੈ, ਪਾਠ ਕੀਤਾ ਹੈ। ਹੁਣ ਤੂੰ ਇਹ ਦੱਸ ਸੱਚ, ਜਦੋਂ ਅਸੀਂ ਥੱਲੇ ਆਪਣੇ ਚਰਨ ਲਮਕਾਏ ਸੀ, ਤੇਰਾ ਕੀ ਪੁੰਨਾ ਬਣਿਆ ਸੀ? ਕਹਿੰਦਾ ਮਹਾਰਾਜ ਮੇਰਾ ਪੁੰਨਾ ਇਹ ਬਣਿਆ ਸੀ ਬਈ ਆਪ ਜੀ ਬਹੁਤ ਖੁਸ਼ ਹੋ ਤੇ ਮੈਨੂੰ ਕਿਤੇ ਚਿੱਟਾ ਘੋੜਾ ਸੁਨਹਿਰੀ ਕਾਠੀ ਵਾਲਾ ਬਖਸ਼ ਦਿਓ, ਇਹ ਮੇਰਾ ਪੁੰਨਾ ਬਣਿਆ ਸੀ। ਗੁਰੂ ਸਾਹਿਬ ਕਹਿੰਦੇ ਠੀਕ ਹੈ। ਕਹਿੰਦੇ ਭਲਿਆ ਅਸੀਂ ਤਾਂ ਤੈਨੂੰ ਇੰਨੇ ਖੁਸ਼ ਹੋ ਗਏ ਸੀ ਵੀ ਜਿਹੜੀ ਗੁਰੂ ਸਾਹਿਬ ਦੀ ਬਾਣੀ ਹੈ, ਇਹਦੇ ਤੁਲ ਕੋਈ ਚੀਜ਼ ਨਹੀਂ ਆ ਸਕਦੀ, ਕੋਈ ਨਾਮ ਨਹੀਂ ਆ ਸਕਦਾ, ਕੋਈ ਦੁਨੀਆ ਦੀ ਚੀਜ਼ ਬਰਾਬਰੀ ਨਹੀਂ ਕਰ ਸਕਦੀ ਗੁਰੂ ਨਾਨਕ ਦੀ ਬਾਣੀ ਦੇ ਤੁਲ। ਅਸੀਂ ਤਾਂ ਇਹ ਗੱਦੀ ਸੌਂਪਣ ਲੱਗੇ ਸੀ, ਪਰ ਤੇਰਾ ਫੁਰਨਾ ਇਹ ਬਣ ਗਿਆ। ਹੁਣ ਭਾਈ ਨੂੰ ਇਹ ਘੋੜਾ ਮਿਲ ਜਾਵੇ। ਇਹ ਜਾਣਦੀ ਗੁਰੂ ਹਰ ਛੇਵੇਂ ਪਾਤਸ਼ਾਹ ਉਹ ਇਹਨਾਂ ਬਾਣੀ ਦਾ ਅੱਧ ਕਰਦੇ ਸੀ, ਇਹਨਾਂ ਸਤਿਕਾਰ ਕਰਦੇ ਸੀ। ਤੇ ਇਸ ਲਈ ਗੁਰਮੁਖ ਪਿਆਰਿਓ, ਅਸੀਂ ਜੇ ਘੱਟੋ ਘੱਟ ਉਸ ਹੋਰ ਨਹੀਂ ਕਰ ਸਕਦੇ, ਜਪਜੀ ਸਾਹਿਬ ਦਾ ਪਾਠ ਤਾਂ ਅਸੀਂ ਬਿਲਕੁਲ ਨਾ ਛੱਡੀਏ। ਅੰਮ੍ਰਿਤ ਵੇਲੇ ਉੱਠੀਏ। ਜਿਹੜਾ ਬੰਦਾ ਅੰਮ੍ਰਿਤਧਾਰੀ ਹੈ, 5 ਬਾਣੀਆਂ ਦਾ ਪਾਠ ਕਰੇ। ਜਿਨ੍ਹਾਂ ਨੇ ਹਜੇ ਨਹੀਂ ਅੰਮ੍ਰਿਤ ਛਕਿਆ ਕਿਸੇ ਕਾਰਨ ਕਰਕੇ, ਉਹ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨ। ਆਪਣੇ ਬੱਚਿਆਂ ਨੂੰ ਵੀ ਸਿਖਾਓ। ਸਾਡੀਆਂ ਮਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣ ਤੇ ਘਰ ਵਿੱਚ ਪੰਜਾਬੀ ਵੀ ਸਿਖਾਇਆ ਕਰੋ। ਆਪਣੀ ਮਾਂ ਬੋਲੀ ਆਪਾਂ ਭੁੱਲਣੀ ਨਹੀਂ ਹੈ। ਜੇ ਇਹਨੂੰ ਭੁੱਲ ਗਏ, ਤੁਹਾਨੂੰ ਫਿਰ ਜਿਹੜਾ ਇਤਿਹਾਸ ਹੈ ਗੁਰਸਿੱਖੀ ਦਾ, ਇਹ ਤੋਂ ਅਸੀਂ ਨਗੁਰੇ ਰਹਿ ਜਾਵਾਂਗੇ। ਸਾਨੂੰ ਇਹਦਾ ਗਿਆਨ ਨਹੀਂ। ਗਿਆਨ ਤਾਂ ਹੋਵੇਗਾ ਜੇ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਵਾਂਗੇ।
ਇਸੇ ਲਈ ਬਾਬਾ ਜੀ ਨੇ ਬਾਣੀ ਨੂੰ ਕਿਰਪਾ ਕੀਤੀ ਹੈ ਸਾਡੇ ਤੇ ਕਿ ਜਿਹੜੀ ਬਾਣੀ ਹੈ ਇਹ ਗੁਰੂ ਨਾਨਕ ਦੀ ਬਾਣੀ ਹੈ। ਜੇ ਇੱਕ ਅੱਖਰ ਤੇ ਵੀ ਭਾਵਨਾ ਆ ਜੇ ਨਾ, ਇੱਕ ਅੱਖਰ ਤੇ ਵੀ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਕਿੜਕਾ ਏਕ ਜਿਸ ਜੀਵ ਬਸਾਵਾ ਤਾਂ ਕੀ ਮਹਿਮਾ ਗਣੀ ਨਾ ਪਾਵਾ। ਏਕ ਅੱਖਰ ਹਰ ਮਨ ਵਸੇ ਨਾਨਕ ਹੋਤ ਨਿਹਾਲ। ਜੇ ਇੱਕ ਅੱਖਰ ਤੇ ਵੀ ਸਾਡੀ ਭਾਵਨਾ ਆ ਜਾਵੇ ਤਾਂ ਸਾਰੀ ਬਾਣੀ ਤੇ ਆ ਜਾਵੇਗੀ। ਪਰ ਭਾਵਨਾ ਬਣਾਉਣੀ ਜ਼ਰੂਰੀ ਹੈ। ਜਦੋਂ ਅਸੀਂ ਭਾਵਨਾ ਲਿਆਵਾਂਗੇ, ਜਿਹੜੇ ਕੱਚੇ ਪਿੱਲੇ ਲੋਕ ਹੈ, ਕਈ ਸਾਡੇ ਮੁਲਕਾਂ 'ਚ ਵੀ ਆਉਂਦੇ ਆ, ਬਾਹਰ ਵੀ ਆਉਂਦੇ ਆ, ਤੁਹਾਨੂੰ ਪਤਾ ਹੋਵੇਗਾ। ਸਾਨੂੰ ਕਿਸੇ ਨਾ ਕਿਸੇ ਦਾ ਕੋਈ ਪਤਾ ਲੱਗ ਜਾਂਦਾ, ਟੂਣੇ ਟਾਮਣ ਕਰਨ ਵੀ ਆਉਂਦੇ ਆ, ਤਾਗੇ ਤਵੀਤ ਵੀ ਕਰਦੇ ਆ। ਐਵੇਂ ਲੋਕਾਂ ਦੇ ਘਰਾਂ ਦੇ ਵਿੱਚ ਫਰਕ ਵੀ ਪਾ ਦਿੰਦੇ ਆ, ਤੇਰੇ ਤੇ ਫਲਾਣੇ ਨੇ ਕੁਛ ਕੀਤਾ, ਤੇਰੇ ਤੇ ਉਹਨੇ ਕੁਛ ਕੀਤਾ। ਨਾ ਬਈ, ਕਿਸੇ ਤੇ ਕੋਈ ਕੁਛ ਨਹੀਂ ਕਰ ਸਕਦਾ। ਜਿਹਦੀ ਗੁਰੂ ਦੇ ਨਾਲ ਬਣੀ ਹੈ ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਅਸੀਂ ਕੱਚੇ ਪਿੱਲਿਆਂ ਤੋਂ ਜਿਹੜੇ ਟੂਣੇ ਟਾਮਣ ਕਰਦੇ ਆ, ਤਾਗੇ ਤਵੀਤ ਕਰਦੇ ਆ, ਅਸੀਂ ਉਹਨਾਂ ਤੋਂ ਸੁਚੇਤ ਰਹਿਣਾ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਨਾਨਕ ਕਛੜਿਆ ਸੋ ਥੋੜ ਢੂੰਡ ਸੱਜਣ ਸੰਤ ਪੱਕਿਆਂ। ਉਹ ਜਵੰਦੇ ਵਿਸੜੇ ਉਹ ਮੋਇਆ ਨਾ ਜਾਈ ਸੋ। ਸਾਡੀ ਦਰਗਾਹ ਵਿੱਚ ਵੀ ਬਾਂਹ ਫੜਨਗੇ, ਸਾਨੂੰ ਕਿਤੇ ਪਾਸੇ ਨਹੀਂ ਜਾਣ ਦੇਣਗੇ, ਪਰ ਅਸੀਂ ਸਾਡਾ ਜਿਹੜਾ ਸਾਰੀ ਜ਼ਿੰਦਗੀ 'ਚ ਨਿਸ਼ਾਨਾ ਹੋਵੇ ਉਹ ਗੁਰੂ ਨਾਨਕ ਦੇ ਚਰਨਾਂ ਦਾ ਹੋਵੇ। ਅੱਜ ਜੇ ਰਾਜ ਕਾਲਯੁਗ ਦਾ ਕਿ ਪਹਿਰਾ ਗੁਰੂ ਨਾਨਕ ਦਾ। ਇਸ ਲਈ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਅਠੀਲਾ। ਹਮ ਕਰ ਨਾਮ ਖਜ਼ਾਨਾ ਸਦਾ ਹੈ। ਇੱਥੇ ਬੇਅੰਤ ਖਜ਼ਾਨੇ, ਜਿੰਨੇ ਮਰਜ਼ੀ ਝੋਲੀਆਂ ਭਰ, ਗੱਲ ਸਾਰੀ ਭਾਵਨਾ ਦੀ ਹੈ। ਹਮ ਕਰ ਨਾਮ ਖਜ਼ਾਨਾ ਸਦਾ ਹੈ। ਭਗਤ ਭਰੇ ਭੰਡਾਰਾ ਭਾਗ ਅਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮ ਪ੍ਰਵਾਨ ਗਣੀ ਸੀਏ ਆਏ। ਸਬਰ ਤਿਨਾ ਕੀ ਕੰਮ ਜਨਮ ਮਰਨ ਦੂਹੂ ਮੈਂ ਨਾਹੀ। ਜਨ ਪਰਪਕਾਰੀ ਆਏ। ਅੱਜ ਦੱਸਦੇ ਜੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਵੀ ਜੋਤੀ ਜੋਤ ਸਮਾਉਣ ਦਾ ਦਿਨ ਹੋਇਆ। ਪਰ ਜਿਹੜੀ ਰੱਬੀ ਜੋਤ ਹੈ ਉਹ ਕਿਤੇ ਜਾਂਦੀ ਨਹੀਂ। ਉਹਨਾਂ ਨੇ ਗਾਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਹਨਾਂ ਤੇ ਕਿਰਪਾ ਕਰ ਦਿੱਤੀ। ਇਹ ਤਾਂ ਸਦਾ ਦੇ 10 ਗੁਰੂ ਸਾਡੇ ਪ੍ਰਗਟ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਜਿਸ ਕੀ ਬਾਣੀ ਤਿਸ ਮੈਂ ਸਮਾਏ। ਬਾਣੀ ਵਿੱਚ ਸਮਾਏ ਹੋਏ ਹੈ, ਆਪ ਆਪਣੇ ਆਨੰਦ ਵਿੱਚ ਬੈਠੇ ਆ। ਤੇ ਵਰਤਦੇ ਕਿਹਦੇ ਰਾਹੀਂ ਹੈ? ਕਿਸੇ ਲੋਭੀ ਲਾਲਚੀ ਰਾਹੀਂ ਨਹੀਂ ਵਰਤਦੇ। ਜਿਹਨੂੰ ਆਪਦੇ ਜਵਾਕਾਂ ਬੱਚਿਆਂ ਦਾ ਹੀ ਫਿਕਰ ਹੋਇਆ, ਉਹ ਤੁਹਾਨੂੰ ਕਿਸ ਮੱਤ ਦੇ ਦੇਗਾ? ਜਾਂ ਕਿਸੇ ਨੂੰ ਬੁਰਾ ਬੋਲਦਾ, ਕੋਈ ਸਮੱਤ ਨਹੀਂ ਦੇ ਸਕਦਾ। ਇੱਕੋ ਹੀ ਮਾਲਕ ਵੱਲ ਧਿਆਨ ਹੋਵੇ, ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਹਾਲਾਂਕਿ ਦੇਖੋ ਵੀ ਕਿੱਥੇ ਤੁਰਿਆ ਫਿਰਦਾ। ਇਹਦੇ ਦਾਦੇ ਪੜਦਾਦੇ ਪਿਓ ਦਾਦੇ ਸਾਰੇ ਸਿੱਖ ਹੋਏ ਆ, ਆਪ ਕੱਚੇ ਪਿੱਲਿਆਂ ਕੋਲੇ ਤੁਰਿਆ ਫਿਰਦਾ। ਨਹੀਂ, ਸਾਡੇ ਤੇ ਐਡੀ ਗੁਰੂ ਨੇ ਕਿਰਪਾ ਕੀਤੀ ਹੈ। 10 ਗੁਰੂਆਂ ਨੇ ਸਾਨੂੰ ਆਪਣੀ ਬਾਣੀ ਬਖਸ਼ ਦਿੱਤੀ, ਗੁਰੂ ਗ੍ਰੰਥ ਸਾਹਿਬ ਬਖਸ਼ ਦਿੱਤੇ। ਆਪ ਇਹ ਬਚਨ ਕਰ ਦਿੱਤਾ ਬਈ ਭਾਈ ਪ੍ਰਗਟ ਗੁਰਾਂ ਕੀਤੇ। ਇਹ 10 ਗੁਰੂ ਪ੍ਰਗਟ ਹੋਏ। ਤੁਸੀਂ ਆਪਣਾ ਧਿਆਨ ਬਣਾ ਕੇ ਅਰਦਾਸ ਕਰੋ ਇਹਨਾਂ ਅੱਗੇ ਤੇ ਦਰਸ਼ਨ ਵੀ ਦੇ ਦਿੰਦੇ। ਪਰ ਮਨ ਸਾਫ਼ ਹੋਵੇ। ਜੇ ਮਨ ਸਾਫ਼ ਨਹੀਂ ਫੇਰ ਨਹੀਂ ਦਰਸ਼ਨ ਹੁੰਦੇ। ਸੱਚ ਤਾਂ ਪੁਰ ਜਾਣੀਐ
ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਨ ਉਤਰੈ ਤਨ ਕਰੇ ਅਸਾ ਧੁੱਪ। ਇਹ ਜੀਵ ਨੂੰ ਜਮਾ ਜਮਾਤਰਾ ਦੀ ਮਨ ਲੱਗੀ ਹੈ, ਕਾਲਾ ਸਾਹ ਹੋਇਆ ਪਿਆ। ਉਹ ਲਹੇਗੀ ਤਾਂ ਏਡੇ ਵੱਡੇ ਮਾਲਕ ਦੇ ਦਰਸ਼ਨ ਹੋਣਗੇ। ਉਹ ਕਿਵੇਂ ਲਹੇਗੀ? ਜੇ ਅਸੀਂ ਕੋਸ਼ਿਸ਼ ਕਰਾਂਗੇ। ਕੋਈ ਕੰਮ ਲਈ ਵੀ ਆਪਾਂ ਨੂੰ ਹਰ ਕੋਸ਼ਿਸ਼ ਕਰਨੀ ਪੈਂਦੀ। ਆ ਸਿਉਣਾ ਕਿੰਨੀ ਮਹਿੰਗੀ ਚੀਜ਼ ਹੈ। ਅਸਲ ਸਿਉਣਾ ਹੀ ਲੱਗਿਆ ਹੋਵੇਗਾ, ਕਿੰਨੀ ਮਹਿੰਗੀ ਚੀਜ਼ ਹੈ। ਇੱਥੇ ਐਵੇਂ ਤਾਂ ਨਹੀਂ ਲੱਗ ਗਿਆ। ਪਹਿਲਾਂ ਉਹਨਾਂ ਨੂੰ ਸੁਨਿਆਰਾਂ ਨੇ ਕੁੱਟਿਆ, ਪਹਿਲਾਂ ਉਹਨਾਂ ਨੂੰ ਉਹਦੇ ਵਿੱਚ ਠੂਠੀਆਂ ਜਿਹੀਆਂ 'ਚ ਪਾਇਆ, ਗਰਮ ਕੀਤਾ, ਵਿੱਚ ਸੋਡਾ ਜਿਹਾ ਪਾਇਆ ਉਹ, ਤੇ ਫਿਰ ਇਸ ਨੂੰ ਪਘਰਾ ਕੇ ਇਹਦੀਆਂ ਸੈਣੀਆਂ ਬਣਾਈਆਂ, ਫਿਰ ਇਹਨਾਂ ਨੂੰ ਬੇਲਣਿਆਂ ਥਾਣੀ ਕੱਢਿਆ, ਫਿਰ ਪੱਤੀਆਂ ਬਣਾਈਆਂ, ਫਿਰ ਇਹਨੂੰ ਕੁੱਟਿਆ, ਬੜੀਆਂ ਸੱਟਾਂ ਮਾਰੀਆਂ, ਫਿਰ ਬਰਕ ਬਣਾਏ, ਤੇ ਫਿਰ ਬਰਕ ਬਣਾ ਕੇ ਚਬੇੜੇ। ਕਿੰਨੀਆਂ ਸੱਟਾਂ ਸਹਿਣੀਆਂ ਪਈਆਂ ਤਾਂ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੋਇਆ। ਕਿਸੇ ਚੀਜ਼ ਨੂੰ ਵੀ ਆਪਣਾ ਆਪ ਗਵਾਉਣਾ ਪੈਂਦਾ। ਆਪ ਗਵਾਈਏ ਤਾਂ ਸੋ ਪਾਈਏ। ਔਰ ਕੈਸੀ ਚਤਰਾਈ। ਗੁਰੂ ਨਾਨਕ ਦਾ ਜਿਹੜਾ ਦਰ ਹੈ ਇਹ ਚਤਰਾਈਆਂ ਨਾਲ ਨਹੀਂ ਮਿਲਦਾ। ਮਿਲਦਾ ਕਿਵੇਂ ਹੈ? ਆਪਣਾ ਆਪ ਹਿਰਦਾ ਸੁੱਧ ਕਰਕੇ। ਇਸ ਲਈ ਭਾਈ ਗੁਰਮੁਖ ਪਿਆਰਿਓ, 8 ਵੱਜ ਗਏ ਆ, ਉਧਰ ਟਾਈਮ ਵੀ ਮਿੰਟਾਂ 'ਚ ਹੋ ਜਾਂਦਾ। ਤੇ ਇਸ ਤਰ੍ਹਾਂ ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ ਹੈ। ਤੁਹਾਡੇ ਸੰਗਤਾਂ ਦੇ ਸਾਨੂੰ ਇੰਗਲੈਂਡ ਵਿੱਚ ਦਰਸ਼ਨ ਕਰਾਏ ਆ। ਹੁਣ ਤਾਂ ਅਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਮਲੇਸ਼ੀਆ, ਦੁਬਈ ਇਹਨਾਂ ਮੁਲਕਾਂ 'ਚ ਗਏ ਆ। ਪਰ ਇਸ ਜਗ੍ਹਾ ਤੇ ਅਸੀਂ ਸਾਲ 1981 ਵਿੱਚ ਆਏ ਸੀ। ਉਦੋਂ ਇਹ ਗੁਰੂ ਘਰ ਬਣਿਆ ਨਹੀਂ ਸੀ। ਸਰਦਾਰ ਗਿਆਨੀ ਮੋਲਕ ਸਿੰਘ ਜੀ ਉਹ ਪ੍ਰਧਾਨ ਹੁੰਦੇ ਸੀ ਇੱਥੇ। ਅਸੀਂ ਅੱਜ ਹੀ ਇਹ ਭਾਈ ਸਾਹਿਬ ਆਉਂਦੇ ਆ, ਸਰਦਾਰ ਸਾਧੂ ਸਿੰਘ ਹੋਣੀ, ਇਹਨਾਂ ਨਾਲ ਗੱਲ ਕਰਦੇ ਸੀ। ਉਦੋਂ ਇਹਨਾਂ ਦਾ ਕਾਲਾ ਦਾੜਾ ਹੁੰਦਾ ਸੀ। ਤੇ ਉਦੋਂ ਫਿਰ ਅਸੀਂ ਆਏ ਸੀ। ਬਾਬਾ ਜੀ ਨਾਰਾਇਣ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਸੀ। ਤੇ ਹੁਣ ਸਾਨੂੰ ਸਮਾਂ ਬਣ ਗਿਆ, ਅਸੀਂ ਇਸ ਪਾਸੇ ਨੂੰ ਆ ਗਏ। ਕਾਹਦੇ ਵਾਸਤੇ ਆਏ ਆ ਮਾਇਆ ਵਾਸਤੇ ਨਹੀਂ ਆਏ ਅਸੀਂ। ਇਹ ਤਾਂ ਚੀਜ਼ਾਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਆਪਣੇ ਮਾਲਕ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ। ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਅੱਜ ਲੱਖਾਂ ਦੁਨੀਆ ਕਿਉਂ ਉਸ ਥਾਂ ਨੂੰ ਪਰੋਸਾਉਂਦੀ ਹੈ? ਬਾਬਾ ਜੀ ਕਿਰਪਾ ਕਰਦੇ ਆ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਮਾਤਰ ਹੈ। ਏਕ ਸ਼ਬਦ ਲਿਵ ਲਾਏ ਨਵ ਨਿਧੀ ਥਾਰਾ ਸਿੱਧੀ। ਇਸੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸੈ। ਜਿਹਨੇ ਆਪਣੇ ਮਾਲਕ ਨੂੰ ਹਿਰਦੇ ਵਿੱਚ ਵਸਾ ਲਿਆ, ਸਭ ਚੀਜ਼ਾਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਬਿਨ ਸਤਿਗੁਰ ਨਾਮ ਨਾ ਪਾਈਐ ਬੂਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੁਗ ਚਾਰ। ਬਾਬਾ ਜੀ ਕਿਰਪਾ ਕਰਦੇ ਆ ਭਾਈ, ਜਿਹਨੇ ਆਪਣੇ ਮਾਲਕ ਨੂੰ ਹਿਰਦੇ ਵਿੱਚ ਵਸਾ ਲਿਆ। ਕੀਤੀ ਹੈ ਗੁਰਦੇਵ ਮਾਤਾ, ਗੁਰਦੇਵ ਪਿਤਾ ਦਰਗਾਹ ਵਿੱਚ ਲਿਖਿਆ ਜਾਂਦਾ। ਇਹ ਟਾਈਮ ਨਹੀਂ ਪਿਆ ਜਾਂਦਾ, ਹੋਰ ਤਾਂ ਜਾ ਪੜੇਗਾ। ਭਾਗਾਂ ਵਾਲੇ ਜਿੰਨੀ ਸੰਗਤ ਆਏ ਹੋ, ਅਸੀਂ ਹੁਣ ਸਮਾਪਤੀ ਕਰਦੇ ਆ। ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਵਾਂਗੇ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪ੍ਰਲੋਕ ਸਹੀਲੇ। ਨਾਨਕ ਹਰ ਪ੍ਰਭ ਆਪੇ ਹੀ ਮੇਲੇ।